ਉਤਪਤ ਅਧਿਆਇ 16। ਸਾਰਾਈ ਅਬਰਾਮ ਦੀ ਪਤਨੀ ਉਹਦੇ ਲਈ ਪੁੱਤਰ ਨਾ ਜਨੀ। ਉਹਦੇ ਕੋਲ ਇੱਕ ਮਿਸਰੀ ਗੋਲੀ ਸੀ ਜਿਹਦਾ ਨਾਂ ਹਾਜਰਾ ਸੀ। ਤਾਂ ਸਾਰਾਈ ਨੇ ਅਬਰਾਮ ਨੂੰ ਆਖਿਆ, ਵੇਖ ਯਹੋਵਾ ਨੇ ਮੈਨੂੰ ਜਨਨ ਤੋਂ ਟਾਕਿਆ ਹੈ, ਮੇਰੀ ਗੋਲੀ ਕੋਲ ਜਾ, ਸ਼ਾਇਦ ਮੈਂ ਉਸ ਤੋਂ ਔਲਾਦ ਵਾਲੀ ਬਣਾਈ ਜਾਵਾਂ। ਅਬਰਾਮ ਨੇ ਸਾਰਾਈ ਦੀ ਗੱਲ ਸੁਣੀ। ਜਦੋਂ ਅਬਰਾਮ ਨੂੰ ਕਨਾਨ ਦੇਸ਼ ਵਿੱਚ ਵਸਦਿਆਂ 10 ਵਰ੍ਹੇ ਹੋ ਗਏ ਤਾਂ ਸਾਰਾਈ ਅਬਰਾਮ ਦੀ ਪਤਨੀ ਨੇ ਆਪਣੀ ਮਿਸਰੀ ਗੋਲੀ ਹਾਜਰਾ ਨੂੰ ਲੈ ਕੇ ਆਪਣੇ ਪਤੀ ਅਬਰਾਮ ਨੂੰ ਉਹਦੀ ਤੀਵੀ ਬਣਨ ਲਈ ਦਿੱਤਾ। ਉਹ ਹਾਜਰਾ ਕੋਲ ਗਿਆ ਅਤੇ ਉਹ ਗਰਭਣੀ ਹੋਈ। ਜਾਂ ਉਸਨੇ ਵੇਖਿਆ ਕਿ ਮੈਂ ਗਰਭਣੀ ਹਾਂ ਤਾਂ ਉਹਦੀ ਬੀਬੀ ਉਹਦੀਆਂ ਅੱਖਾਂ ਵਿੱਚ ਸੁੱਜ ਹੋ ਗਈ। ਤਾਂ ਸਾਰਾਈ ਨੇ ਅਬਰਾਮ ਨੂੰ ਆਖਿਆ, ਮੇਰੀ ਹੱਤਿਆ ਤੇਰੇ ਉੱਤੇ ਪਵੇ। ਮੈਂ ਆਪਣੀ ਗੋਲੀ ਨੂੰ ਤੇਰੇ ਹਿੱਕ ਨਾਲ ਲਾ ਦਿੱਤਾ। ਅਤੇ ਜਦ ਉਸਨੇ ਵੇਖਿਆ ਕਿ ਉਹ ਗਰਭਣੀ ਹੋਈ ਹੈ ਤਾਂ ਮੇਰੀ ਕਦਰ ਉਹਦੀਆਂ ਅੱਖਾਂ ਵਿੱਚ ਘਟ ਗਈ। ਯਹੋਵਾ ਮੇਰਾ ਔਰ ਤੇਰਾ ਨਿਆਂ ਕਰੇ। ਫਿਰ ਅਬਰਾਮ ਨੇ ਸਾਰਾਈ ਨੂੰ ਆਖਿਆ, ਵੇਖ ਤੇਰੀ ਗੋਲੀ ਤੇਰੇ ਵੱਸ ਵਿੱਚ ਹੈ, ਜੋ ਤੇਰੀ ਨਿਗਾਹ ਵਿੱਚ ਚੰਗਾ ਹੈ ਤੂੰ ਉਸ ਨਾਲ ਉਹੀ ਕਰ। ਉਪਰੰਤ ਸਾਰਾਈ ਨੇ ਉਸ ਨਾਲ ਸਖਤੀ ਕੀਤੀ ਅਤੇ ਉਹ ਉਸਦੇ ਕੋਲੋਂ ਭੱਜ ਗਈ। ਪਰ ਯਹੋਵਾ ਦੇ ਦੂਤ ਨੇ ਉਹਨੂੰ ਪਾਣੀ ਦੇ ਚਸ਼ਮੇ ਕੋਲ ਉਜਾੜ ਵਿੱਚ ਲੱਭਿਆ, ਅਰਥਾਤ ਸੂਰ ਵਾਲੇ ਰਾਹ ਦੇ ਕੋਲ। ਉਸਨੇ ਆਖਿਆ ਕਿ ਹੇ ਹਾਜਰਾ, ਸਾਰਾਈ ਦੀ ਇੱਕ ਗੋਲੀ ਹੈ, ਤੂੰ ਕਿੱਥੋਂ ਆਈ ਹੈ ਅਤੇ ਕਿੱਧਰ ਜਾਣਾ ਹੈ? ਤਾਂ ਉਸਨੇ ਆਖਿਆ, ਮੈਂ ਆਪਣੀ ਬੀਬੀ ਸਾਰਾਈ ਕੋਲੋਂ ਭੱਜ ਆਈ ਹਾਂ। ਫਿਰ ਯਹੋਵਾ ਦੇ ਦੂਤ ਨੇ ਉਹਨੂੰ ਆਖਿਆ ਕਿ ਆਪਣੀ ਬੀਬੀ ਕੋਲ ਮੁੜ ਜਾ ਅਤੇ ਆਪਣੇ ਆਪ ਨੂੰ ਉਸ ਦੇ ਦਾਵੇ ਕਰ ਦੇ। ਨਾਲੇ ਯਹੋਵਾ ਦੇ ਦੂਤ ਨੇ ਉਹਨੂੰ ਆਖਿਆ, ਮੈਂ ਤੇਰੀ ਅੰਸ਼ ਨੂੰ ਇੰਨਾ ਵਧਾਵਾਂਗਾ ਕਿ ਉਹ ਵਾਅਦੇ ਦੇ ਕਾਰਨ ਗਿਣੀ ਨਾ ਜਾਵੇਗੀ। ਨਾਲੇ ਹੀ ਯਹੋਵਾ ਦੇ ਦੂਤ ਨੇ ਉਹਨੂੰ ਆਖਿਆ, ਵੇਖ ਤੂੰ ਗਰਭਣੀ ਹੈ ਔਰ ਪੁੱਤਰ ਜਨੇਗੀ। ਉਹਦਾ ਨਾਮ ਇਸਮਾਇਲ ਰੱਖੀ, ਕਿਉਂ ਜੋ ਯਹੋਵਾ ਨੇ ਤੇਰੇ ਦੁੱਖ ਨੂੰ ਸੁਣਿਆ ਹੈ। ਪਰ ਉਹ ਜੰਗਲੀ ਕੋਤੇ ਜਿਹਾ ਆਦਮੀ ਹੋਵੇਗਾ। ਉਹਦਾ ਹੱਥ ਹਰ ਇੱਕ ਦੇ ਵਿਰੋਧ ਅਤੇ ਹਰ ਇੱਕ ਦਾ ਹੱਥ ਉਸ ਦੇ ਵਿਰੋਧ ਹੋਵੇਗਾ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਾਹਮਣੇ ਵਸੇਗਾ। ਉਪਰੰਤ ਉਸਨੇ ਯਹੋਵਾ ਦਾ ਨਾਮ ਜੋ ਉਹਦੇ ਨਾਲ ਬੋਲਦਾ ਸੀ ਇਹ ਰੱਖਿਆ ਕਿ ਤੂੰ ਮੇਰਾ ਵੇਖਣਹਾਰ ਪਰਮੇਸ਼ਵਰ ਹੈ, ਕਿਉਂਕਿ ਉਸਨੇ ਆਖਿਆ ਕਿ ਮੈਂ ਇੱਥੇ ਉਹਦੇ ਮੈਨੂੰ ਵੇਖਣ ਦੇ ਮਗਰੋਂ ਵੀ ਵੇਖਦੀ ਹਾਂ। ਇਸ ਲਈ ਉਹ ਉਸ ਖੂਹ ਦਾ ਨਾਮ ਬੇਅਰ-ਲਹੀ ਰੋਈ ਆਖਦੇ ਹਨ। ਵੇਖੋ ਉਹ ਕਾਦੇਸ ਔਰ ਬਰਦ ਦੇ ਵਿਚਕਾਰ ਹੈ। ਫਿਰ ਹਾਜਰਾ ਅਬਰਾਮ ਲਈ ਇੱਕ ਪੁੱਤਰ ਜਨੀ ਅਤੇ ਅਬਰਾਮ ਨੇ ਆਪਣੇ ਪੁੱਤਰ ਦਾ ਨਾਮ ਜਿਹਨੂੰ ਹਾਜਰਾ ਜਨੀ ਇਸਮਾਇਲ ਰੱਖਿਆ। ਜਦ ਹਾਜਰਾ ਇਸਮਾਇਲ ਨੂੰ ਅਬਰਾਮ ਲਈ ਜਨੀ, ਅਬਰਾਮ 86 ਵਰ੍ਹਿਆਂ ਦਾ ਸੀ। ਨਿਆਂਇਆਂ ਦੀ ਪੋਥੀ ਅਧਿਆਇ 3। ਇਹ ਉਹ ਕੌਮਾਂ ਹਨ ਜਿਨ੍ਹਾਂ ਨੂੰ ਯਹੋਵਾ ਨੇ ਰਹਿਣ ਦਿੱਤਾ, ਜੋ ਇਸਰਾਏਲ ਦਾ ਅਰਥਾਤ ਉਹਨਾਂ ਦਾ, ਜਿਨ੍ਹਾਂ ਨੇ ਕਨਾਨ ਦੀਆਂ ਸਾਰੀਆਂ ਲੜਾਈਆਂ ਨੂੰ ਨਹੀਂ ਜਾਣਿਆ ਸੀ, ਉਹਨਾਂ ਦੇ ਰਾਹੀਂ ਪਰਤਾਵਾ ਲਵੇ। ਨਿਰਾ ਇਸ ਲਈ ਜੋ ਇਸਰਾਏਲੀਆਂ ਦੀਆਂ ਪੀੜ੍ਹੀਆਂ ਨੂੰ, ਜਿਨ੍ਹਾਂ ਨੂੰ ਅੱਗੇ ਲੜਾਈ ਦਾ ਵੱਲ ਨਹੀਂ ਆਉਂਦਾ ਸੀ, ਉਹ ਸਿਖਾਵੇ। ਅਰਥਾਤ ਫਲਿਸਤੀਆਂ ਦੇ 5 ਸਰਦਾਰ ਅਤੇ ਸਾਰੇ ਕਨਾਨੀ ਔਰ ਸਿਦੋਨੀ ਔਰ ਹਿੱਵੀ ਜਿਹੜੇ ਲਬਾਨੋਨ ਦੇ ਪਹਾੜ ਵਿੱਚ ਬਾਲ ਹਰਮੋਨ ਦੇ ਪਹਾੜੋਂ ਲੈ ਕੇ ਹਮਾਤ ਦੇ ਲਾਂਘੇ ਤੋੜੀ ਵਸਦੇ ਸਨ। ਇਹ ਇਸ ਲਈ ਰਹੇ ਜੋ ਉਹਨਾਂ ਦੇ ਰਾਹੀਂ ਇਸਰਾਏਲ ਦਾ ਪਰਤਾਵਾ ਲਿਆ ਜਾਵੇ ਅਤੇ ਮਾਲੂਮ ਹੋਵੇ ਜੋ ਉਹ ਯਹੋਵਾ ਦੀਆਂ ਆਗਿਆਂ ਨੂੰ, ਜੋ ਉਹਨੇ ਮੂਸਾ ਦੇ ਰਾਹੀਂ ਉਹਨਾਂ ਦੇ ਪਿਓ ਦਾਦਿਆਂ ਨੂੰ ਆਖੀਆਂ ਸਨ, ਸੁਣਨਗੇ ਜਾਂ ਨਹੀਂ। ਸੋ ਇਸਰਾਏਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਵਿਚਕਾਰ ਵਸਦੇ ਸਨ
ਔਰ ਉਹਨਾਂ ਨੇ ਉਹਨਾਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ ਔਰ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਹਨਾਂ ਦੇ ਦੇਵਤਿਆਂ ਦੀ ਪੂਜਾ ਕੀਤੀ। ਸੋ ਇਸਰਾਏਲੀਆਂ ਨੇ ਯਹੋਵਾ ਦੇ ਅੱਗੇ ਬੁਰੀਆਈ ਕੀਤੀ ਅਤੇ ਯਹੋਵਾ ਆਪਣੇ ਪਰਮੇਸ਼ਰ ਨੂੰ ਵਿਸਾਰਿਆ ਅਤੇ ਬਾਲਾਂ ਤੇ ਅਸੇਰਾ ਦੇਵੀ ਦੀ ਪੂਜਾ ਕੀਤੀ। ਇਸ ਲਈ ਯਹੋਵਾ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸਨੇ ਉਹਨਾਂ ਨੂੰ ਮੈਸੋਪੋਟੇਮੀਆ ਦੇ ਬਾਦਸ਼ਾਹ ਕੂਸ਼ਨ ਰਿਸਾਤੈਮ ਦੇ ਹੱਥ ਵਿੱਚ ਦਿੱਤਾ। ਸੋ ਉਹ ਕੂਸ਼ਨ ਰਿਸਾਤੈਮ ਦੀ ਟਹਿਲ 8 ਵਰੇ ਕਰਦੇ ਰਹੇ। ਜਦ ਇਸਰਾਏਲੀਆਂ ਨੇ ਯਹੋਵਾ ਅੱਗੇ ਬੇਨਤੀ ਕੀਤੀ ਤਦ ਯਹੋਵਾ ਨੇ ਇੱਕ ਬਚਾਉਣ ਵਾਲਾ ਅਤਨੀਏਲ ਅਰਥਾਤ ਕਾਲੇਬ ਦੇ ਨਿੱਕੇ ਭਰਾ ਕਨਜ਼ ਦੇ ਪੁੱਤਰ ਅਤਨੀਏਲ ਨੂੰ ਜਿਨੇ ਉਹਨਾਂ ਨੂੰ ਬਚਾਇਆ ਠਹਿਰਾਇਆ ਅਤੇ ਯਹੋਵਾ ਦਾ ਆਤਮਾ ਉਸ ਦੇ ਉੱਤੇ ਆਇਆ ਔਰ ਉਹ ਇਸਰਾਏਲ ਦਾ ਨਿਆਈ ਬਣਿਆ ਔਰ ਲੜਾਈ ਕਰਨ ਨੂੰ ਨਿਕਲਿਆ ਅਤੇ ਯਹੋਵਾ ਨੇ ਆਰਾਮ ਦੇ ਬਾਦਸ਼ਾਹ ਕੂਸ਼ਨ ਰਿਸਾਤੈਮ ਨੂੰ ਉਹਦੇ ਹੱਥ ਵਿੱਚ ਕਰ ਦਿੱਤਾ ਅਤੇ ਉਸ ਦਾ ਹੱਥ ਕੂਸ਼ਨ ਰਿਸਾਤੈਮ ਦੇ ਉੱਤੇ ਬਲਵਾਨ ਹੋਇਆ ਅਤੇ 40 ਵਰ੍ਹਿਆਂ ਤੀਕਰ ਉਹ ਦੇਸ਼ ਸੁਖੀ ਰਿਹਾ ਤਾਂ ਕਨਜ਼ ਦਾ ਪੁੱਤਰ ਅਤਨੀਏਲ ਮਰ ਗਿਆ। ਇਸਰਾਏਲੀਆਂ ਨੇ ਫਿਰ ਯਹੋਵਾ ਦੇ ਅੱਗੇ ਬੁਰੀਆਈ ਕੀਤੀ ਤਾਂ ਯਹੋਵਾ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਸਰਾਏਲ ਦੇ ਉੱਤੇ ਪ੍ਰਬਲ ਕੀਤਾ, ਇਸ ਲਈ ਜੋ ਉਹਨਾਂ ਨੇ ਯਹੋਵਾ ਦੀ ਨਿਗਾਹ ਵਿੱਚ ਬੁਰੀਆਈ ਕੀਤੀ ਸੀ ਅਤੇ ਉਸਨੇ ਅਮੋਨੀਆਂ ਤੇ ਅਮਲੇਕੀਆਂ ਨੂੰ ਆਪਣੇ ਨਾਲ ਰਲਾਇਆ ਅਤੇ ਇਸਰਾਏਲ ਨੂੰ ਜਾ ਮਾਰਿਆ ਅਤੇ ਖਜੂਰਾਂ ਦਾ ਸ਼ਹਿਰ ਲੈ ਲਿਆ। ਸੋ ਇਸਰਾਏਲੀ 18 ਵਰ੍ਹਿਆਂ ਤੱਕ ਮੋਆਬ ਦੇ ਰਾਜਾ ਅਗਲੋਨ ਦੀ ਟਹਿਲ ਕਰਦੇ ਰਹੇ। ਫਿਰ ਇਸਰਾਏਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾ ਨੇ ਉਹਨਾਂ ਦੇ ਲਈ ਇੱਕ ਬੈਨਯਮੀਨੀ ਗੇਰਾ ਦੇ ਪੁੱਤਰ ਯਹੂਦ ਨੂੰ ਜੋ ਕੱਬਾ ਸੀ ਉਠਾਇਆ ਅਤੇ ਇਸਰਾਏਲੀਆਂ ਨੇ ਉਸ ਦੇ ਹੱਥੀ ਮੋਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਕੱਲਿਆ। ਪਰ ਯਹੂਦ ਨੇ ਆਪਣੇ ਲਈ ਇੱਕ ਹੱਥ ਲੰਮੀ ਦੂਤਾਰੀ ਕਟਾਰ ਬਣਵਾਈ ਅਤੇ ਉਹਨੂੰ ਲੀੜੇ ਹੇਠ ਸੱਜੇ ਪੱਟ ਨਾਲ ਬੰਨਿਆ ਅਤੇ ਉਹ ਨਜ਼ਰਾਨਾ ਮੋਆਬ ਦੇ ਰਾਜਾ ਕੋਲ ਲਿਆਇਆ ਅਤੇ ਅਗਲੋਨ ਇੱਕ ਵੱਡਾ ਖੋਗੜ ਮਨੁੱਖ ਸੀ ਅਤੇ ਅਜਿਹਾ ਹੋਇਆ ਜਾਂ ਉਹ ਨਜ਼ਰਾਨਾ ਦੇ ਚੁੱਕਾ ਤਾਂ ਜਿਹੜੇ ਨਜ਼ਰਾਨਾ ਚੁੱਕ ਲਏ ਸਨ ਉਹਨਾਂ ਲੋਕਾਂ ਨੂੰ ਉਸਨੇ ਵਿਦਿਆ ਕੀਤਾ। ਪਰ ਉਹ ਆਪ ਪੱਥਰ ਦੀ ਖਾਨ ਕੋਲੋਂ ਜੋ ਗਿਲਗਾਲ ਵਿੱਚ ਹੈ ਮੁੜ ਆਇਆ ਅਤੇ ਆਖਿਆ, ਹੇ ਮਹਾਰਾਜ, ਤੇਰੇ ਲਈ ਇੱਕ ਕੁੱਜਾ ਸੰਦੇਸ਼ ਮੇਰੇ ਕੋਲ ਹੈ। ਉਹ ਬੋਲਿਆ, ਸਾਰੇ ਚੁੱਪ ਕਰ ਰਹੋ। ਤਾਂ ਜਿਹੜੇ ਉਹਦੇ ਦੁਆਲੇ ਖਲੋਤੇ ਸਨ ਸਭ ਬਾਹਰ ਨਿਕਲ ਗਏ। ਤਾਂ ਯਹੂਦ ਉਹਦੇ ਕੋਲ ਆਇਆ। ਉਸ ਵੇਲੇ ਉਹਦਾ ਕੋਰੀ ਚੁਬਾਰੇ ਵਿੱਚ ਜੋ ਨਿਰਾ ਉਹਦੇ ਲਈ ਸੀ ਬੈਠਾ ਹੋਇਆ ਸੀ। ਤਾਂ ਯਹੂਦ ਨੇ ਆਖਿਆ, ਤੇਰੇ ਲਈ ਮੇਰੇ ਕੋਲ ਪਰਮੇਸ਼ਰ ਦੀ ਵੱਲੋਂ ਇੱਕ ਸੰਦੇਸ਼ਾ ਹੈ। ਤਾਂ ਉਹ ਚੌਂਕੀ ਉੱਤੋਂ ਉੱਠ ਖਲੋਤਾ। ਤਾਂ ਯਹੂਦ ਨੇ ਆਪਣਾ ਖੱਬਾ ਹੱਥ ਲੰਮਾ ਕੀਤਾ ਅਤੇ ਸੱਜੇ ਪੱਟ ਉੱਤੇ ਕਟਾਰ ਫੜ ਕੇ ਉਹਦੀ ਤੋਂਦ ਦੇ ਵਿੱਚ ਕਸੋੜ ਦਿੱਤੀ ਅਤੇ ਫਲ ਦੇ ਸਣੇ ਮੁੱਠ ਵੀ ਦੱਸ ਗਈ ਅਤੇ ਕਟਾਰ ਚਰਬੀ ਦੇ ਵਿੱਚ ਜਾ ਖੁੱਭੀ, ਕਿਉਂ ਜੋ ਉਸਨੇ ਉਹਦੀ ਤੋਂਦ ਵਿੱਚੋਂ ਉਹਨੂੰ ਨਹੀਂ ਕੱਢਿਆ ਅਤੇ ਵਿਸਚਾ ਨਿਕਲ ਪਿਆ। ਤਦ ਯਹੂਦ ਨੇ ਬਾਹਰ ਸੁਫੇ ਵਿੱਚ ਆ ਕੇ ਜੁਬਾਰੇ ਦਾ ਬੂਹਾ ਆਪਣੇ ਮਗਰੋਂ ਪੇੜਿਆ ਔਰ ਜਿੰਦਰਾ ਮਾਰ ਦਿੱਤਾ। ਜਦ ਉਹ ਨਿਕਲ ਗਿਆ ਤਾਂ ਉਹਦੇ ਟਹਿਲੀਏ ਆਏ ਅਤੇ ਜਾਂ ਉਹਨਾਂ ਨੇ ਡਿੱਟਾ, ਵੇਖੋ ਜੁਬਾਰੇ ਦੇ ਬੂਹੇ ਵੱਜੇ ਹੋਏ ਸਨ। ਤਾਂ ਉਹ ਬੋਲੇ, ਉਹ ਵਾਹ ਕੋਰੇ ਚੁਬਾਰੇ ਵਿੱਚ ਬੈਠਾ ਹੋ ਅਤੇ ਉਹ ਇੱਥੋਂ ਤੀਕਰ ਉਹਨਾਂ ਨੂੰ ਉਡੀਕਦੇ ਰਹੇ ਜੋ ਲੱਜੇਵਾਨ ਹੋਏ। ਅਤੇ ਜਦੋਂ ਡਿੱਟਾ ਜੋ ਚੁਬਾਰੇ ਦਾ ਬੂਹਾ ਨਹੀਂ ਖੋਲ੍ਹਦਾ ਤਾਂ ਉਹਨਾਂ ਨੇ ਕੁੰਜੀ ਲਾ ਕੇ ਆਪੋ ਬੂਹਾ ਖੋਲ੍ਹਿਆ ਅਤੇ ਵੇਖੋ ਉਹਨਾਂ ਦਾ ਸਵਾਮੀ ਧਰਤੀ ਉੱਤੇ ਮੋਇਆ ਪਿਆ ਸੀ। ਉਹਨਾਂ ਦੇ ਉਡੀਕਣ ਦੇ ਚਿਰ ਵਿੱਚ
ਯਹੂਦ ਭੱਜ ਗਿਆ ਅਤੇ ਪੱਥਰ ਦੀ ਖਾਨ ਤੋਂ ਲੰਘ ਗਿਆ ਅਤੇ ਸਹੀ ਰਾਹ ਦੇ ਵਿੱਚ ਜਾ ਕੇ ਭੱਜ ਗਿਆ। ਤਾਂ ਅਜਿਹਾ ਹੋਇਆ ਕਿ ਜਦੋਂ ਉੱਤੇ ਅੱਪੜਿਆ ਤਾਂ ਉਹਨੇ ਇਫਰਾਈਮ ਦੇ ਪਹਾੜ ਉੱਤੇ ਤੂਰੀ ਵਜਾਈ ਤਾਂ ਇਸਰਾਏਲੀ ਉਸਦੇ ਨਾਲ ਪਹਾੜੋਂ ਉਤਰ ਆਏ ਅਤੇ ਉਹ ਉਹਨਾਂ ਦੇ ਅੱਗੇ ਅੱਗੇ ਹੋਇਆ। ਉਸਨੇ ਉਹਨਾਂ ਨੂੰ ਆਖਿਆ, ਮੇਰੇ ਮਗਰ ਮਗਰ ਤੁਰੋ, ਕਿਉਂ ਜੋ ਯਹੋਵਾ ਨੇ ਤੁਹਾਡੇ ਮੋਵਾਬੀ ਵੇਰੀਆਂ ਨੂੰ ਤੁਹਾਡੇ ਹੱਥ ਕਰ ਦਿੱਤਾ ਹੈ। ਸੋ ਉਹ ਉਸਦੇ ਪਿੱਛੇ ਲੱਤੇ ਅਤੇ ਯਰਦਨ ਦੀਆਂ ਪਤਨਾਂ ਨੂੰ ਜੋ ਮੋਵਾਬ ਦੀ ਵੱਲ ਸਨ ਮੱਲ ਲਿਆ ਅਤੇ ਇੱਕ ਨੂੰ ਵੀ ਪਾਰ ਨਾ ਲੰਘਣ ਦਿੱਤਾ। ਉਸ ਵੇਲੇ ਮੋਵਾਬ ਦੇ 10,000 ਮਨੁੱਖ ਉਹਨਾਂ ਨੇ ਵੱਢ ਸੁੱਟੇ ਜੋ ਸਾਰੇ ਮੋਟੇ ਅਤੇ ਤਕੜੇ ਜਣੇ ਸਨ ਔਰ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਸੋ ਉਸ ਦਿਨ ਇਸਰਾਏਲ ਦੇ ਹੱਥ ਵਿੱਚ ਮੋਆਬ ਆਇਆ ਅਤੇ 80 ਵਰ੍ਹਿਆਂ ਤੋੜੀ ਉਹ ਦੇਸ਼ ਸੁੱਕ ਭੋਗਦਾ ਰਿਹਾ। ਉਸ ਦੇ ਪਿੱਛੋਂ ਅਨਾਤ ਦਾ ਪੁੱਤਰ ਸਮਗਰ ਉੱਠਿਆ ਅਤੇ ਉਸਨੇ ਫਲਿਸਤੀਆਂ ਵਿੱਚੋਂ 600 ਮਨੁੱਖਾਂ ਨੂੰ ਬਲਦ ਦੀ ਫਾਰੇਨ ਨਾਲ ਮਾਰਿਆ। ਸੋ ਉਸਨੇ ਵੀ ਇਸਰਾਏਲ ਨੂੰ ਬਚਾਇਆ। ਨਿਆਂਇਆਂ ਦੀ ਪੋਥੀ ਅਧਿਆਇ 4। ਯੇਹੂ ਦੇ ਮਰਨ ਦੇ ਮਗਰੋਂ ਇਸਰਾਏਲ ਨੇ ਯਹੋਵਾ ਦੇ ਅੱਗੇ ਫਿਰ ਬੁਰਿਆਈ ਕੀਤੀ। ਸੋ ਯਹੋਵਾ ਨੇ ਉਹਨਾਂ ਨੂੰ ਕਨਾਨ ਦੇ ਰਾਜਾ ਯਾਬੀਨ ਦੇ ਹੱਥ ਵਿੱਚ ਵੇਚ ਦਿੱਤਾ, ਜੋ ਹਸੋਰ ਵਿੱਚ ਰਾਜ ਕਰਦਾ ਸੀ ਅਤੇ ਉਸਦੇ ਸੈਨਾਪਤੀ ਦਾ ਨਾਮ ਸਿਸਰਾ ਸੀ, ਜੋ ਉਪਰੀਆਂ ਕੌਮਾਂ ਦੇ ਹਰੋਸ ਵਿੱਚ ਵਸਦਾ ਸੀ। ਤਾਂ ਇਸਰਾਏਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤੀ, ਕਿਉਂ ਜੋ ਉਸਦੇ ਕੋਲ 900 ਰੱਥ ਲੋਹੇ ਦੇ ਸਨ ਅਤੇ ਉਸਨੇ 20 ਵਰ੍ਹਿਆਂ ਤੀਕਰ ਇਸਰਾਏਲੀਆਂ ਨੂੰ ਡਾਢਾ ਦੁੱਖ ਦਿੱਤਾ। ਉਸ ਵੇਲੇ ਲਪੀਦੋਤ ਦੀ ਪਤਨੀ ਦਬੋਰਾ ਨਬੀਆ ਇਸਰਾਏਲੀਆਂ ਦਾ ਨਿਆਂ ਕਰਦੀ ਹੁੰਦੀ ਸੀ। ਉਹ ਇਫਰਾਈਮ ਦੇ ਪਹਾੜ ਵਿੱਚ ਰਾਮਾ ਅਤੇ ਬੇਤੇਲ ਦੇ ਵਿਚਕਾਰ ਦਬੋਰਾ ਦੀ ਖਜੂਰ ਦੇ ਹੇਠ ਰਹਿੰਦੀ ਸੀ ਅਤੇ ਇਸਰਾਏਲੀ ਉਸਦੇ ਕੋਲ ਨਿਆਂ ਦੇ ਲਈ ਆਉਂਦੇ ਸਨ। ਤਦ ਉਹਨੇ ਕਦਸ ਨਫਤਾਲੀ ਤੋਂ ਅਬੀਨੋਆਮ ਦੇ ਪੁੱਤਰ ਬਾਰਾਕ ਨੂੰ ਸੱਦ ਕਲਿਆ ਅਤੇ ਉਸਨੂੰ ਆਖਿਆ, ਭਲਾ ਯਹੋਵਾ ਇਸਰਾਏਲ ਦੇ ਪਰਮੇਸ਼ਰ ਨੇ ਆਗਿਆ ਨਹੀਂ ਦਿੱਤੀ ਭਈ ਜਾ ਅਤੇ ਤਬੋਰ ਦੇ ਪਹਾੜ ਵੱਲ ਲੋਕਾਂ ਨੂੰ ਪਰੇਰ ਅਤੇ ਨਫਤਾਲੀਆਂ ਜ਼ਬੂਲੂਨੀਆਂ ਵਿੱਚੋਂ 10,000 ਜਵਾਨ ਆਪਣੇ ਨਾਲ ਲੈ ਔਰ ਮੈਂ ਕਿਸੋਨ ਦੀ ਨਦੀ ਕੋਲ ਯਾਬੀਨ ਦੀ ਸੈਨਾਪਤੀ ਸਿਸਰਾ ਅਤੇ ਉਸ ਦੀਆਂ ਰੱਦਾਂ ਨੂੰ ਅਤੇ ਉਸ ਦੀ ਪੀੜ ਪਾੜ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ ਅਤੇ ਤੇਰੇ ਹੱਥਾਂ ਵਿੱਚ ਉਹਨੂੰ ਕਰ ਦਿਆਂਗਾ। ਬਾਰਕ ਨੇ ਉਹਨੂੰ ਆਖਿਆ, ਜੇ ਤੂੰ ਮੇਰੇ ਨਾਲ ਚੱਲੇਂਗੀ ਤਾਂ ਮੈਂ ਜਾਵਾਂਗਾ, ਪਰ ਜੇ ਤੂੰ ਮੇਰੇ ਨਾਲ ਨਾ ਚੱਲੇ ਤਾਂ ਮੈਂ ਵੀ ਨਹੀਂ ਜਾਂਦਾ। ਉਹ ਬੋਲੀ, ਜ਼ਰੂਰ ਮੈਂ ਤੇਰੇ ਨਾਲ ਤੁਰਾਂਗੀ, ਪਰ ਇਸ ਪੈਂਡੇ ਵਿੱਚ ਜੋ ਤੂੰ ਤੁਰਦਾ ਹੈ ਤੇਰਾ ਆਦਰ ਭਾਵ ਕੁਝ ਨਾ ਹੋਵੇਗਾ, ਕਿਉਂ ਜੋ ਯਹੋਵਾ ਸਿਸਰਾ ਨੂੰ ਇੱਕ ਤੀਵੀ ਦੇ ਹੱਥ ਵਿੱਚ ਦੇਵੇਗਾ। ਸੋ ਦਬੋਰਾ ਉੱਠੀ ਔਰ ਬਾਰਾਕ ਦੇ ਨਾਲ ਕੇਦਸ ਨੂੰ ਗਈ। ਬਾਰਕ ਨੇ ਜ਼ਬੂਲੂਨ ਔਰ ਨਫਤਲੀ ਨੂੰ ਕੇਦਸ ਵਿੱਚ ਇਕੱਠੇ ਸੱਦ ਲਿਆ ਅਤੇ ਉਹ ਆਪਣੇ ਨਾਲ 10,000 ਮਨੁੱਖ ਲੈ ਕੇ ਚੜਿਆ ਔਰ ਦਬੋਰਾ ਵੀ ਉਸਦੇ ਨਾਲ ਚੜੀ। ਖਬਰ ਕੇਨੀ ਨੇ ਜੋ ਮੂਸਾ ਦੇ ਸਹੁਰੇ ਹੋਬਾਬ ਦੀ ਸੰਤਾਨ ਵਿੱਚ ਸੀ, ਆਪਣੇ ਆਪ ਨੂੰ ਕੇਨੀਆਂ ਤੋਂ ਅੱਡ ਕੀਤਾ ਅਤੇ ਸਾਨਯੀਮ ਦੇ ਬਲੂਤ ਤੱਕ ਜੋ ਕਦੇਸ ਦੇ ਲਾਗੇ ਹੈ ਆਪਣਾ ਤੰਬੂ ਲਾਇਆ ਸੀ। ਤਦ ਸਿਸਰਾ ਨੂੰ ਖਬਰ ਹੋਈ ਜੋ ਅਬੀਨੋਆਮ ਦਾ ਪੁੱਤਰ ਬਾਰਾਕ ਤਾਬੋਰ ਦੇ ਪਹਾੜ ਉੱਤੇ ਚੜਿਆ ਹੈ। ਸਿਸਰਾ ਨੇ ਆਪਣੇ ਸਾਰੇ ਰੱਥ ਜੋ ਲੋਹੇ ਦੇ 900 ਰੱਥ ਸਨ ਅਤੇ ਆਪਣੇ ਨਾਲ ਦੇ ਸਾਰੇ ਲੋਕ ਉਪਰੀਆਂ ਕੌਮਾਂ ਦੇ ਹਰੋਸਤ ਤੋਂ ਕਿਸੋਨ ਦੀ ਨਦੀ ਤੋੜੀ ਇਕੱਠੇ ਕੀਤੇ। ਤਦ ਦਬੋਰਾ ਨੇ ਬਾਰਾਕ ਨੂੰ ਆਖਿਆ, ਭਈ ਉੱਠ, ਕਿਉਂ ਜੋ ਇਹ ਉਹ ਦਿਨ ਹੈ ਜਿਸ ਦੇ ਵਿੱਚ ਯਹੋਵਾ ਨੇ ਸਿਸਰਾ ਨੂੰ ਤੇਰੇ ਵਸ ਕਰ ਦਿੱਤਾ ਹੈ। ਭਲਾ ਯਹੋਵਾ ਤੇਰੇ ਮੋਰੇ ਨਹੀਂ ਨਿਕਲਿਆ। ਤਾਂ ਬਾਰਾਕ ਤਾਬੋਰ ਦੇ ਪਹਾੜ ਲੱਤਾ ਔਰ 10,000 ਮਨੁੱਖ ਉਸ ਦੇ ਮਗਰ ਲੱਗੇ। ਤਾਂ ਯਹੋਵਾ ਨੇ ਸਿਸਰਾ ਨੂੰ
ਅਤੇ ਉਹਦੇ ਸਾਰੀਆਂ ਰੱਥਾਂ ਨੂੰ ਅਤੇ ਉਹਦੀ ਸਾਰੀ ਫੌਜ ਨੂੰ ਬਾਰਾਕ ਦੇ ਅੱਗੇ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ, ਜੋ ਸਿਸਰਾ ਰੱਥੋਂ ਹੇਠਾਂ ਉਤਰ ਕੇ ਪੈਦਲ ਨੱਠਾ। ਅਤੇ ਬਾਰਾਕ ਨੇ ਫੌਜ ਅਤੇ ਰੱਥਾਂ ਦਾ ਪਿੱਛਾ ਉੱਪਰੀਆਂ ਕੌਮਾਂ ਦੇ ਹਰੋਸ ਤੋੜੀ ਕੀਤਾ ਅਤੇ ਸਿਸਰਾ ਦੀ ਸਾਰੀ ਫੌਜ ਤਲਵਾਰ ਨਾਲੋਂ ਯੂੰ ਵੱਡੀ ਕਿ ਇੱਕ ਵੀ ਨਾ ਬਚਿਆ। ਅਤੇ ਸਿਸਰਾ ਪੈਦਲ ਭੱਜ ਕੇ ਖਬਰਕੇਨੀ ਦੀ ਵਹੁਟੀ ਯਾਏਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਾਸੋਰ ਦੇ ਰਾਜਾ ਯਾਬੀਨ ਅਤੇ ਖਬਰਕੇਨੀ ਦੇ ਟੱਬਰ ਵਿੱਚ ਮੇਲ ਸੀ। ਤਦ ਯਾਏਲ ਸਿਸਰਾ ਦੇ ਮਿਲਣ ਨੂੰ ਨਿਕਲੀ ਅਤੇ ਉਹਨੂੰ ਬੋਲੀ, ਆਓ ਮਹਾਰਾਜ, ਮੇਰੇ ਘਰ ਆਓ ਔਰ ਡਰੋ ਨਾ। ਜਦ ਉਹ ਤੰਬੂ ਵਿੱਚ ਉਸਦੇ ਕੋਲ ਗਿਆ ਤਾਂ ਉਸਨੇ ਬੁਰੇ ਨਾਲ ਉਹਨੂੰ ਟੱਕ ਲਿਆ। ਤਾਂ ਉਹਨੇ ਉਸਨੂੰ ਆਖਿਆ, ਮੈਨੂੰ ਥੋੜਾ ਜਿਹਾ ਪਾਣੀ ਪਿਵਾ ਲੈ, ਕਿਉਂ ਜੋ ਮੈਨੂੰ ਤੇ ਲੱਗੀ ਹੈ। ਸੋ ਉਸਨੇ ਇੱਕ ਦੁੱਧ ਗਾੜਨੀ ਖੋਲ ਕੇ ਪਿਆਈ ਔਰ ਉਹਨੂੰ ਟੱਕ ਦਿੱਤਾ। ਫਿਰ ਉਹਨੇ ਉਸਨੂੰ ਆਖਿਆ, ਤੰਬੂ ਦੇ ਬੂਹੇ ਉੱਤੇ ਖਲੋ ਜਾ ਅਤੇ ਅਜਿਹਾ ਹੋਵੇ ਕਿ ਜਾਂ ਕੋਈ ਆਵੇ ਔਰ ਐਤੋਂ ਪੁੱਛੇ ਪਈ, ਇੱਥੇ ਕੋਈ ਮਨੁੱਖ ਹੈ? ਤਾਂ ਤੂੰ ਆਖੀ ਨਹੀਂ। ਤਦ ਖਬਰ ਦੀ ਵਹੁਟੀ ਯਾਏਲ ਨੇ ਤੰਬੂ ਦੀ ਇੱਕ ਕਿੱਲੀ ਚੁੱਕੀ ਅਤੇ ਇੱਕ ਮੁੰਗਲੀ ਹੱਥ ਵਿੱਚ ਲੈ ਲਈ ਅਤੇ ਮਲਕੜੇ ਉਹਦੇ ਕੋਲ ਜਾ ਕੇ ਉਹਦੀ ਪੁੜਪੁੜੀ ਵਿੱਚ ਕਿੱਲੀ ਨੂੰ ਵਾੜ ਕੇ ਅਜਿਹਾ ਟੋਕਿਆ ਜੋ ਉਹ ਧਰਤੀ ਦੇ ਵਿੱਚ ਜਾ ਖੁੱਭੀ, ਇਸ ਲਈ ਜੋ ਉਹ ਤਖਾਵਟ ਤੋਂ ਫੂਕ ਸੁੱਤਾ ਪਿਆ ਸੀ। ਸੋ ਉਹ ਮਰ ਗਿਆ। ਅਤੇ ਵੇਖੋ, ਜਾਂ ਬਾਰਾਕ ਸਿਸਰਾ ਦੇ ਮਗਰ ਤੁਰਿਆ ਤਾਂ ਯਾਏਲ ਉਹਦੇ ਮਿਲਣ ਨੂੰ ਨਿਕਲੀ ਅਤੇ ਉਹਨੂੰ ਆਖਿਆ, ਆ ਅਤੇ ਤੈਨੂੰ ਮੈਂ ਉਹ ਮਨੁੱਖ ਵਿਖਾਵਾਂਗੀ ਜਿਹਨੂੰ ਤੂੰ ਪਾਲਦਾ ਹੈ। ਅਤੇ ਜਦ ਉਹ ਉਸਦੇ ਕੋਲ ਗਿਆ ਤਾਂ ਵੇਖੋ, ਸਿਸਰਾ ਮੋਇਆ ਪਿਆ ਸੀ ਅਤੇ ਕਿੱਲੀ ਉਸਦੀ ਪੁੜਪੁੜੀ ਵਿੱਚ ਸੀ। ਸੋ ਉਸ ਦਿਨ ਪਰਮੇਸ਼ਰ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਇਸਰਾਏਲੀਆਂ ਦੇ ਅੱਗੇ ਹਰਾ ਦਿੱਤਾ ਅਤੇ ਇਸਰਾਏਲੀਆਂ ਦੇ ਹੱਥ ਬਹੁਤ ਤਕੜਾ ਹੋਇਆ ਅਤੇ ਕਨਾਨ ਦੇ ਰਾਜਾ ਯਾਬੀਨ ਉੱਤੇ ਸਮਰਥ ਹੋਇਆ, ਇਤੋਂ ਤੋੜੀ ਜੋ ਉਹਨਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ ਕਰ ਸੁੱਟਿਆ। ਮਤੀ ਦੀ ਇੰਜੀਲ ਅਧਿਆਇ 17। 6 ਦਿਨਾਂ ਪਿੱਛੋਂ ਯਿਸੂ ਪਤਰਸ ਅਤੇ ਯਾਕੂਬ ਅਤੇ ਉਹਦੇ ਭਾਈ ਯੋਹਨਾ ਨੂੰ ਨਾਲ ਲੈ ਕੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ ਅਤੇ ਉਹਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਔਰ ਉਹਦਾ ਮੂੰਹ ਸੂਰਜ ਵਾਂਗੂ ਚਮਕਿਆ ਅਤੇ ਉਹਦੇ ਕੱਪੜੇ ਚਾਨਣ ਜਿਹੇ ਚਿੱਟੇ ਹੋ ਗਏ। ਅਤੇ ਵੇਖੋ, ਜੋ ਮੂਸਾ ਅਤੇ ਏਲੀਆ ਉਸ ਨਾਲ ਗੱਲਾਂ ਕਰਦੇ ਉਹਨਾਂ ਨੂੰ ਵਿਖਾਲੀ ਦਿੱਤੀ। ਤਦ ਪਤਰਸ ਨੇ ਅੱਗੋਂ ਯਿਸੂ ਨੂੰ ਆਖਿਆ, ਪ੍ਰਭੂ ਜੀ, ਸਾਡਾ ਇੱਥੇ ਹੋਣਾ ਚੰਗਾ ਹੈ। ਜੇ ਤੂੰ ਚਾਹੇ ਤਾਂ ਇੱਥੇ 3 ਡੇਰੇ ਬਣਾਵਾਂ, ਇੱਕ ਤੇਰੇ ਲਈ ਅਤੇ ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ। ਉਹ ਅਜੇ ਬੋਲਦਾ ਹੀ ਸੀ ਕਿ ਵੇਖੋ, ਇੱਕ ਜੋਤਮਾਨ ਬਦਲ ਨੇ ਉਹਨਾਂ ਉੱਤੇ ਛਾਉ ਕੀਤੀ ਅਤੇ ਵੇਖੋ, ਉਸ ਬਦਲ ਵਿੱਚੋਂ ਇੱਕ ਆਵਾਜ਼ ਇਹ ਕਹਿੰਦੀ ਆਈ, ਜੋ ਇਹ ਮੇਰਾ ਪਿਆਰਾ ਪੁੱਤਰ ਹੈ, ਜਿਸ ਤੋਂ ਮੈਂ ਪ੍ਰਸੰਨ ਹਾਂ, ਉਹਦੀ ਸੁਣੋ। ਅਤੇ ਚੇਲੇ ਇਹ ਸੁਣ ਕੇ ਮੂੰਹ ਪੇ ਮੂੰਹ ਡਿੱਗ ਪਏ ਅਤੇ ਬਹੁਤ ਡਰੇ। ਪਰ ਯਿਸੂ ਨੇ ਨੇੜੇ ਆਣ ਕੇ ਉਹਨਾਂ ਨੂੰ ਛੋਇਆ ਅਤੇ ਕਿਹਾ, ਉੱਠੋ ਅਤੇ ਨਾ ਡਰੋ। ਤਦ ਉਹਨਾਂ ਨੇ ਆਪਣੀਆਂ ਅੱਖੀਆਂ ਚੁੱਕ ਕੇ ਹੋਰ ਕਿਸੇ ਨੂੰ ਨਹੀਂ ਪਰ ਇਕੱਲੇ ਯਿਸੂ ਨੂੰ ਦਿੱਤਾ। ਜਾਂ ਉਹ ਪਹਾੜੋਂ ਉਤਰਦੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ, ਪਏ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਇਸ ਦਰਸ਼ਨ ਦੀ ਗੱਲ ਕਿਸੇ ਨੂੰ ਨਾ ਦੱਸਿਓ। ਤਦ ਉਹਦੇ ਚੇਲਿਆਂ ਨੇ ਉਸ ਨੂੰ ਪੁੱਛਿਆ, ਫਿਰ ਗ੍ਰੰਥੀ ਕਿਉਂ ਆਖਦੇ ਹਨ ਜੋ ਏਲੀਆ ਦਾ ਪਹਿਲਾ ਆਉਣਾ ਜ਼ਰੂਰ ਹੈ? ਉਸਨੇ ਉੱਤਰ ਦਿੱਤਾ, ਜੋ ਏਲੀਆ ਠੀਕ ਆਉਂਦਾ ਹੈ ਅਤੇ ਸਭ ਕੁਝ ਬਹਾਲ ਕਰੇਗਾ। ਪਰ ਮੈਂ ਤੁਹਾਨੂੰ ਆਖਦਾ ਹਾਂ, ਭਾਈ ਏਲੀਆ ਤਾਂ ਆ ਚੁੱਕਿਆ ਅਤੇ ਉਹਨਾਂ ਨੇ ਉਹਨੂੰ ਨਾ ਪਹਿਚਾਨਿਆ, ਪਰ ਜੋ ਕੁਝ ਉਹਨਾਂ ਨੇ ਚਾਹਿਆ ਸੋ ਉਹਦੇ ਨਾਲ ਕੀਤਾ। ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਹਨਾਂ ਦੇ ਹੱਥੋਂ ਦੁੱਖ ਪਾਵੇਗਾ। ਤਦ ਚੇਲਿਆਂ ਨੇ ਸਮਝਿਆ ਜੋ ਉਹਨੇ ਸਾਡੇ ਨਾਲ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ।
ਜਦ ਉਹ ਪੀੜ ਦੇ ਕੋਲ ਪਹੁੰਚੇ ਤਦ ਇੱਕ ਮਨੁੱਖ ਉਹਦੇ ਕੋਲ ਆਇਆ ਅਤੇ ਉਹਦੇ ਅੱਗੇ ਗੋਡੇ ਨਿਵਾ ਕੇ ਬੋਲਿਆ, ਪ੍ਰਭੂ ਜੀ ਮੇਰੇ ਪੁੱਤਰ ਉੱਤੇ ਦਇਆ ਕਰੋ, ਕਿਉਂ ਜੋ ਉਹ ਮਿਰਗੀ ਦੇ ਮਾਰੇ ਬਹੁਤ ਦੁੱਖ ਪਾਉਂਦਾ ਹੈ। ਉਹ ਤਾਂ ਬਹੁਤ ਵਾਰੀ ਅੱਗ ਵਿੱਚ ਅਤੇ ਬਹੁਤ ਵਾਰੀ ਪਾਣੀ ਵਿੱਚ ਡਿੱਗ ਪੈਂਦਾ ਹੈ ਅਤੇ ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ। ਤਦ ਯਿਸੂ ਨੇ ਉੱਤਰ ਦਿੱਤਾ, ਹੇ ਬੇਪਰਤੀਤ ਅਤੇ ਅੜਬ ਬੇੜੀ, ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ, ਕਦ ਤੋੜੀ ਤੁਹਾਡੀ ਸਹਾਂਗਾ, ਉਹਨੂੰ ਇੱਥੇ ਮੇਰੇ ਕੋਲ ਲਿਆ। ਤਾਂ ਯਿਸੂ ਨੇ ਉਹਨੂੰ ਝਿੜਕਿਆ ਅਤੇ ਭੂਤ ਉਸ ਵਿੱਚੋਂ ਨਿਕਲ ਗਿਆ ਔਰ ਮੁੰਡਾ ਉਸੇ ਘੜੀਓਂ ਚੰਗਾ ਹੋ ਗਿਆ। ਤਦ ਚੇਲਿਆਂ ਨੇ ਇਕਾਂਤ ਵਿੱਚ ਯਿਸੂ ਦੇ ਕੋਲ ਆਣ ਕੇ ਆਖਿਆ ਕਿ ਅਸੀਂ ਉਹਨੂੰ ਕਿਉਂ ਨਾ ਕੱਢ ਸਕੇ। ਉਸਨੇ ਕਿਹਾ, ਆਪਣੀ ਕੱਟ ਨੇਚਾ ਦੇ ਕਾਰਨ, ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨੇਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਇਧਰੋਂ ਹਟ ਕੇ ਉਸ ਤਾਂ ਚਲਿਆ ਜਾ ਅਤੇ ਉਹ ਚਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਹੋਵੇਗਾ। ਜਦ ਉਹ ਗਲੀਲ ਵਿੱਚ ਇਕੱਠੇ ਹੋਏ, ਯਿਸੂ ਨੇ ਉਹਨਾਂ ਨੂੰ ਕਿਹਾ, ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮਾਰ ਸੁੱਟਣਗੇ ਅਤੇ ਉਹ 30 ਦਿਨ ਜੀ ਉੱਠੇਗਾ। ਤਾਂ ਉਹ ਬਹੁਤ ਉਦਾਸ ਹੋਏ। ਜਦ ਉਹ ਕਫਰਨਾਹੂਮ ਵਿੱਚ ਆਏ ਤਾਂ ਇੰਨੀ ਉਗਾਰ ਆਉਣ ਵਾਲਿਆਂ ਨੇ ਪਤਰਸ ਦੇ ਕੋਲ ਆਣ ਕੇ ਕਿਹਾ ਕਿ ਤੁਹਾਡਾ ਗੁਰੂ ਅੰਨੀ ਨਹੀਂ ਦਿੰਦਾ। ਉਹਨੇ ਕਿਹਾ, ਹਾਂ ਦਿੰਦਾ ਹੈ। ਜਦ ਉਹ ਘਰ ਵਿੱਚ ਆਇਆ ਤਦ ਯਿਸੂ ਨੇ ਅੱਗੋਂ ਹੀ ਉਸ ਨੂੰ ਕਿਹਾ, ਸਮੌਨ, ਤੂੰ ਕੀ ਸਮਝਦਾ ਹੈ ਜੋ ਧਰਤੀ ਦੇ ਰਾਜੇ ਕਿਨਾਂ ਤੋਂ ਕਰ ਜਾਂ ਮਹਿਸੂਲ ਲੈਂਦੇ ਹਨ, ਆਪਣੇ ਪੁੱਤਰਾਂ ਤੋਂ ਜਾਂ ਪਰਾਈਆਂ ਤੋਂ? ਜਦ ਉਹ ਬੋਲਿਆ, ਪਰਾਈਆਂ ਤੋਂ। ਤਦ ਯਿਸੂ ਨੇ ਉਹਨੂੰ ਆਖਿਆ, ਫਿਰ ਪੁੱਤਰਾਂ ਦਾ ਮਾਫ ਹੋਏ, ਪਰ ਇਸ ਲਈ ਜੋ ਅਸੀਂ ਉਹਨਾਂ ਨੂੰ ਠੋਕਰ ਨਾ ਖਵਾਈਏ। ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਔਰ ਜੋ ਮੱਛੀ ਪਹਿਲਾਂ ਨਿਕਲੇ ਉਹਨੂੰ ਚੁੱਕ ਅਤੇ ਤੂੰ ਉਹਦਾ ਮੂੰਹ ਖੋਲ ਕੇ 1 ਰੁਪਇਆ ਪਾਏਗਾ, ਸੋ ਉਹਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਹਨਾਂ ਨੂੰ ਦੇ ਦੇਈ। ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਜੋ ਅੱਜ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ। ਉਤਪਤੀ ਦੀ ਕਿਤਾਬ ਅਧਿਆਇ 16। ਇਸ ਵਿੱਚ ਆਪਾਂ ਵੇਖਦੇ ਹਾਂ ਅਬਰਾਮ ਆਪਣੀ ਪਤਨੀ ਸਾਰਾ ਦੀ ਗੱਲ ਮੰਨ ਕੇ ਉਹਦੀ ਗੋਲੀ ਹਾਜਰਾ ਨੂੰ ਆਪਣੀ ਤੀਵੀ ਬਣਾ ਲੈਂਦਾ ਅਤੇ ਉਹ ਜਦ ਗਰਭਣੀ ਹੋਈ ਉਹ ਆਪਣੀ ਬੀਬੀ ਸਾਰਾ ਨੂੰ ਤੁੱਛ ਜਾਣੀ। ਇਹ ਗੱਲ ਸਾਰਾ ਨੂੰ ਬਹੁਤ ਮਾੜੀ ਲੱਗੀ ਤਾਂ ਸਾਰਾ ਨੇ ਅਬਰਾਮ ਕੋਲ ਹਾਜਰਾ ਦੇ ਪ੍ਰਤੀ ਦੱਸਦੀ। ਸੋ ਅਬਰਾਮ ਨੇ ਸਾਰਾ ਨੂੰ ਆਖਦਾ, ਤੇਰੀ ਨਿਗਾਹ ਦੇ ਵਿੱਚ ਜੋ ਠੀਕ ਹੈ ਉਸ ਨੂੰ ਉਹਦੇ ਨਾਲ ਕਰੋ। ਤਾਂ ਸਾਰਾ ਆਪਣੀ ਗੋਲੀ ਨਾਲ ਸਖਤੀ ਕੀਤੀ ਤਾਂ ਹਾਜਰਾ ਆਪਣੀ ਬੀਬੀ ਸਾਰਾ ਤੋਂ ਭੱਜ ਗਈ। ਜਦ ਉਹ ਉਜਾੜ ਦੇ ਵਿੱਚ ਜਾ ਰਹੀ ਸੀ, ਯਹੋਵਾ ਪਰਮੇਸ਼ਰ ਦੇ ਸਵਰਗੀ ਦੂਤ ਉਹਨੂੰ ਦਰਸ਼ਨ ਦੇ ਕੇ ਪੁੱਛਦਾ, ਤੂੰ ਕਿੱਥੋਂ ਆਈ ਹੈ? ਉਹ ਕਹਿੰਦੀ, ਮੈਂ ਆਪਣੀ ਬੀਬੀ ਸਾਰਾ ਤੋਂ ਭੱਜ ਕੇ ਆ ਰਹੀ ਹਾਂ। ਮੁੜ ਕੇ ਉਸ ਦੂਤ ਨੂੰ ਕਹਿਣਾ ਚਾਹੀਦਾ ਸੀ, ਤੂੰ ਵੀ ਆਪਣੀ ਬੀਬੀ ਨਾਲ ਚੰਗੀ ਵਰਤਾਓ ਨਹੀਂ ਕੀਤੀ। ਜਦ ਤੂੰ ਗਰਭਣੀ ਹੋਈ ਤੂੰ ਉਹਨੂੰ ਤੁੱਛ ਨਹੀਂ ਜਾਣਨਾ ਚਾਹੀਦਾ ਸੀ, ਪਰ ਉਸ ਨੂੰ ਤੂੰ ਤੁੱਛ ਜਾਣੀ। ਪਰ ਸਵਰਗੀ ਦੂਤ ਨੇ ਇਹ ਆਗਿਆ ਦਿੱਤੀ, ਤੂੰ ਆਪਣੀ ਬੀਬੀ ਕੋਲ ਮੁੜ ਜਾ ਅਤੇ ਉਹਦੇ ਅਧੀਨ ਰਹਿ। ਤੂੰ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਹਦਾ ਨਾਮ ਇਸਮਾਇਲ ਰੱਖਣਾ। ਮੈਂ ਉਹਨੂੰ ਉਹਦੇ ਭਰਾਵਾਂ ਵਿੱਚ ਵਾਅਦਾ ਕਰਾਂਗਾ। ਇਹੋ ਜਿਹਾ ਆਸੀਸ ਦੇ ਕੇ ਉਹਨੂੰ ਵਾਪਸ ਸਾਰਾ ਕੋਲ ਭੇਜ ਰਿਹਾ। ਤਦ ਹਾਜਰਾ ਯਹੋਵਾ ਦੇ ਉਸ ਦੂਤ ਨੂੰ ਇੱਕ ਨਾਮ ਦਿੱਤੀ ਹੈ, ਉਹ ਹੈ ਮੇਰਾ ਪਰਮੇਸ਼ਰ, ਵੇਖਣਹਾਰ ਪਰਮੇਸ਼ਰ। ਜਿਨੇ ਮੈਨੂੰ ਵੇਖਦਾ ਹੈ ਉਹਨੂੰ ਮੈਂ ਅੱਜ ਵੇਖ ਚੁੱਕੀ ਹਾਂ। ਇਹ ਆਖ ਕੇ ਉਸ ਤਾਂ ਨੂੰ ਇੱਕ ਨਾਮ ਦਿੱਤੀ ਹੈ, ਉਹ ਨਾਮ ਬਹਿਰ ਲਈ ਰੋਈ। ਪੂਰੇ ਯਹੋਵਾ ਪਰਮੇਸ਼ਰ ਦੀ ਦਇਆ ਪ੍ਰਗਟ ਹੁੰਦੀ ਹੈ। ਸੋ ਆਪਣਾ ਪਰਮੇਸ਼ਰ ਜੋ ਹੈ ਵੇਖਣਹਾਰ ਅਤੇ ਰਹਿਮ ਬਖਸ਼ਣ ਵਾਲਾ ਪਰਮੇਸ਼ਰ ਹੈ।
ਨਿਆਂਇਆਂ ਦੀ ਪੋਥੀ ਅਧਿਆਇ 3 ਦੇ ਵਿੱਚ ਇਸ ਪ੍ਰਕਾਰ ਆਪਾਂ ਵੇਖਦੇ ਹਾਂ, ਇਸਰਾਏਲੀ ਆਪਣੇ ਵਿਚਕਾਰ ਵਾਸ ਕਰਨ ਵਾਲੇ ਕਨਾਨੀਆਂ, ਹਿੱਵੀਆਂ, ਅਮੋਰੀਆਂ, ਮੋਆਬੀਆਂ ਦੇ ਧੀਆਂ ਨੂੰ ਆਪਣੇ ਪੁੱਤਰਾਂ ਲਈ ਵਿਆਹੁੰਦੇ ਅਤੇ ਆਪਣੀ ਧੀਆਂ ਨੂੰ ਉਹਨਾਂ ਦੇ ਪੁੱਤਰਾਂ ਲਈ ਦੇ ਕੇ ਉਹਨਾਂ ਦੇ ਕਾਰਨ ਉਹ ਬਾਲ ਦੇਵਤਿਆਂ ਦੀ ਪੂਜਾ ਕਰਨ ਸ਼ੁਰੂ ਕਰ ਦਿੱਤੇ। ਇਸ ਕਾਰਨ ਪਰਮੇਸ਼ਰ ਉਹਨਾਂ ਨੂੰ ਸਭ ਤੋਂ ਪਹਿਲਾਂ ਆਰਾਮ ਦੇ ਰਾਜੇ ਦੇ ਹਵਾਲੇ ਇਸਰਾਏਲੀਆਂ ਨੂੰ ਦੇ ਦਿੱਤਾ। ਤਾਂ ਇਸਰਾਏਲੀ ਉਹਦੇ ਹੱਥ ਦੇ ਵਿੱਚ ਔਖੇ ਹੋਏ ਅਤੇ ਫਿਰ ਉਹ ਮੁੜ ਕੇ ਪਰਮੇਸ਼ਰ ਨੂੰ ਪੁਕਾਰਿਆ। ਫਿਰ ਪਰਮੇਸ਼ਰ ਉਹਨਾਂ ਉੱਤੇ ਦਇਆ ਕਰਕੇ ਕਾਲੇਬ ਦੇ ਨਿੱਕੇ ਭਰਾ ਕੰਸ ਦੇ ਪੁੱਤਰ ਅਤਨੀਏਲ ਨੂੰ ਉਹਨਾਂ ਲਈ ਨਿਆਂ ਬਣਾ ਕੇ ਖੜਾ ਕਰਦਾ। ਉਹ 40 ਸਾਲ ਉਹਨਾਂ ਦੇ ਨਿਆਂ ਕਰਦਾ ਅਤੇ ਉਹਨਾਂ ਨੂੰ ਪ੍ਰਭੂ ਦੇ ਰਾਹਾਂ ਵਿੱਚ ਚਲਾਉਂਦਾ ਰਿਹਾ। ਜਦ ਉਹ ਮਰ ਗਿਆ, ਫਿਰ ਇਸਰਾਏਲੀ ਮੁੜ ਕੇ ਪਾਪ ਕਰਦੇ। ਫਿਰ ਪਰਮੇਸ਼ਰ ਉਹਨਾਂ ਨੂੰ ਮੋਆਬ ਦੇ ਰਾਜੇ ਦੇ ਹੱਥਾਂ ਵਿੱਚ ਦੇ ਦਿੱਤਾ। ਉਹ ਉਹਨਾਂ ਨਾਲ ਸਖਤੀ ਕਰਨ ਲੱਗਿਆ। ਤਾਂ ਇਸਰਾਏਲੀ ਮੁੜ ਕੇ ਪਰਮੇਸ਼ਰ ਨੂੰ ਪੁਕਾਰਿਆ, ਪਰਮੇਸ਼ਰ ਵੱਲ ਧਿਆਨ ਕੀਤਾ। ਫਿਰ ਪਰਮੇਸ਼ਰ ਉਹਨਾਂ ਨੂੰ ਬਚਾਉਣ ਲਈ ਯਹੂਦ ਨੂੰ ਖੜਾ ਕੀਤਾ। ਯਹੂਦ ਨਿਆਂਈ ਬਣ ਕੇ ਉਹਨਾਂ ਨੂੰ ਪਰਮੇਸ਼ਰ ਦੇ ਰਾਹ ਵਿੱਚ ਚਲਾਇਆ। ਨਿਆਂਇਆਂ ਦੀ ਪੋਥੀ 4 ਦੇ ਵਿੱਚ ਆਪਾਂ ਵੇਖਦੇ ਹਾਂ, ਯਹੂਦ ਮਰਨ ਤੋਂ ਬਾਅਦ ਇਸਰਾਏਲੀ ਮੁੜ ਕੇ ਪਰਮੇਸ਼ਰ ਦੇ ਖਿਲਾਫ ਪਾਪ ਕਰਦੇ। ਫਿਰ ਪਰਮੇਸ਼ਰ ਉਹਨਾਂ ਨੂੰ ਕਾਨਾਨ ਦੇ ਰਾਜੇ ਦੇ ਹੱਥਾਂ ਵਿੱਚ ਇਸਰਾਏਲੀਆਂ ਨੂੰ ਦੇ ਦਿੱਤਾ। ਫਿਰ ਇਸਰਾਏਲੀ ਮੁੜ ਕੇ ਪਰਮੇਸ਼ਰ ਨੂੰ ਪੁਕਾਰਦੇ। ਫਿਰ ਪਰਮੇਸ਼ਰ ਉਹਨਾਂ ਲਈ ਇੱਕ ਨਬੀਆ ਤਬੋਰਾ ਨੂੰ ਖੜਾ ਕਰਦਾ। ਪਹਿਲਾ ਇੱਕ ਤੀਵੀ ਇਸਰਾਏਲ ਨੂੰ ਨਿਆਂ ਕਰਦੀ ਹੈ। ਕਨਾਨ ਦਾ ਰਾਜਾ ਯਾਬੀਨ, ਉਹਦੇ ਸੈਨਾਪਤੀ ਸਿਸਰਾ ਜ਼ਿਆਦਾ ਇਸਰਾਏਲੀਆਂ ਨੂੰ ਉੱਕੇ ਕਰਨ ਲੱਗੇ। ਤਾਂ ਦਬੋਰਾ ਬਾਰਾਕ ਨੂੰ ਸੱਦ ਕਰਦੀ ਹੈ ਤਾਂ ਕਿ ਬਾਰਾਕ ਉਹਨਾਂ ਲਈ ਲੜੇ। ਬਾਰਾਕ ਕਹਿੰਦਾ, ਜਦ ਤੱਕ ਤੂੰ ਮੇਰੇ ਨਾਲ ਲੜਾਈ ਦੇ ਵਿੱਚ ਨਾ ਜਾਵੇ ਉਦੋਂ ਤੱਕ ਮੈਂ ਨਹੀਂ ਜਾਂਦਾ। ਤਦ ਦਬੋਰਾ ਆਖਦੀ ਹੈ, ਇਸ ਲੜਾਈ ਦਾ ਜਿੱਤ ਪ੍ਰਾਪਤ ਤੋਂ ਬਾਅਦ ਜੋ ਆਦਰ ਭਾਵ ਮਿਲਣੀ ਹੈ ਉਹ ਤੈਨੂੰ ਨਹੀਂ ਮਿਲਣਾ, ਕਿਉਂਕਿ ਪਰਮੇਸ਼ਰ ਸਿਸਰਾ ਨੂੰ ਇੱਕ ਤੀਵੀ ਦੇ ਹੱਥ ਵਿੱਚ ਦੇ ਦੇਵੇਗਾ। ਜਿਸ ਪ੍ਰਕਾਰ ਉਹਨੇ ਕਹੀ, ਉਹੀ ਗੱਲ ਇਸ ਅਧਿਆਇ ਦੇ ਵਿੱਚ ਹੁੰਦੇ ਹੋਏ ਵੇਖਦੇ ਹਾਂ। ਇਸਰਾਏਲੀ ਬਾਰ-ਬਾਰ ਪ੍ਰਭੂ ਦੇ ਖਿਲਾਫ ਪਾਪ ਕਰਦੇ, ਫਿਰ ਵੀ ਜਦ ਉਹ ਪੁਕਾਰਦੇ, ਉਹ ਅਬਰਾਮ, ਇਸਹਾਕ, ਯਾਕੂਬ ਦੇ ਕਾਰਨ ਉਹਨਾਂ ਨੂੰ ਬਾਰ-ਬਾਰ ਉਹਨਾਂ ਦਬਾਉਣ ਵਾਲਿਆਂ ਦੇ ਹੱਥੋਂ ਬਚਾਉਂਦਾ ਹੋਇਆ ਵੇਖਦੇ ਹਾਂ। ਸੋ ਇਸ ਵਿੱਚ ਆਪਾਂ ਦੇਖਦੇ ਹਾਂ ਆਪਣੇ ਪਰਮੇਸ਼ਰ ਜੋ ਹੈ ਵੇਖਣਹਾਰ ਅਤੇ ਦਇਆਵਾਨ ਜੋ ਹੈ। ਮਤੀ ਦੇ ਇੰਜੀਲ ਅਧਿਆਇ 17 ਦੇ ਵਿੱਚੋਂ ਕੁਝ ਦੇਖੀਏ। ਯਿਸੂ ਮਸੀਹ ਪਤਰਸ, ਯਾਕੂਬ, ਯੋਹਨਾ ਨੂੰ ਇੱਕ ਉੱਚੇ ਪਹਾੜ ਉੱਤੇ ਲੈ ਕੇ ਗਿਆ ਅਤੇ ਉੱਤੇ ਉਹ ਜਾ ਕੇ ਜਦ ਦੁਆ ਕਰਦਾ ਸੀ, ਉਹਨਾਂ ਦੇ ਸਾਹਮਣੇ ਰੂਪ ਦੇ ਵਿੱਚ ਜਲਾਲ ਹੋਇਆ ਅਤੇ ਉਹਦੇ ਨਾਲ ਮੂਸਾ ਅਤੇ ਏਲੀਆ ਆ ਕੇ ਗੱਲਾਂ ਕਰਦੇ ਹੋਏ ਯਾਕੂਬ, ਪਤਰਸ, ਯੋਹਨਾ ਵੇਖਦੇ। ਪਤਰਸ ਚੱਟ ਯਿਸੂ ਮਸੀਹ ਕੋਲ ਆਖਦਾ, ਆਪਾਂ ਉਰੇ ਰਹਾਂਗੇ, ਇੱਥੇ ਰਹਿਣਾ ਆਪਣੇ ਲਈ ਚੰਗਾ ਹੈ। ਮੈਂ ਆਪਣੇ ਲਈ ਕੀ ਬਣਾਵਾਂਗਾ? ਡੇਰਾ ਬਣਾਵਾਂਗਾ। ਤਾਂ ਆਕਾਸ਼ ਵੱਲੋਂ ਪਰਮੇਸ਼ਰ ਪੁਕਾਰ ਕੇ ਆਖਦਾ ਹੈ, ਇਹ ਮੇਰਾ ਪਿਆਰਾ ਪੁੱਤਰ ਜੋ ਹੈ, ਮੇਰੇ ਪੁੱਤਰ ਦੀਆਂ ਗੱਲਾਂ ਨੂੰ ਤੁਸੀਂ ਸੁਣੋ। ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਮਸੀਹ ਕਹਿੰਦਾ, ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥ ਵਿੱਚ ਫੜਵਾਇਆ ਜਾਵੇਗਾ ਅਤੇ ਉਹ ਦੁੱਖ ਚਲੇਗਾ। ਤਾਂ ਇਹ ਚੇਲੇ ਪੁੱਛਦੇ, ਯਿਸੂ ਮਸੀਹ ਹਲੇ ਏਲੀਆ ਆਇਆ ਨਹੀਂ ਹੈ? ਗ੍ਰੰਥੀ ਕਹਿੰਦੇ ਏਲੀਆ ਪਹਿਲਾਂ ਆਵੇਗਾ। ਤਾਂ ਯਿਸੂ ਮਸੀਹ ਕਹਿੰਦਾ, ਏਲੀਆ ਜੋ ਆ ਗਿਆ ਉਹਦੇ ਨਾਲ ਜੋ ਕਰਨਾ ਸੀ ਉਸ ਨੂੰ ਇਸ ਜਗਤ ਦੇ ਲੋਕ ਉਹਦੇ ਨਾਲ ਕਰ ਚੁੱਕੇ। ਜਦੇ ਇਸ ਗੱਲ ਨੂੰ ਚੇਲਿਆਂ ਨੇ ਸੁਣੇ ਅਤੇ ਉਹ ਸਮਝ ਗਏ ਇਹ ਯੂਹੰਨਾ ਬਪਤਿਸਮਾ ਵਾਲੇ ਪ੍ਰਤੀ ਗੱਲ ਕਰਦਾ। ਇਨ੍ਹਾਂ ਗੱਲਾਂ ਤੋਂ ਪਿੱਛੋਂ ਆਪਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ, ਚੇਲਿਆਂ ਵੱਲੋਂ ਇੱਕ ਇਹੋ ਜਿਹੀ ਬੰਦਾ ਹੈ, ਉਸ ਨੂੰ ਉਹਨਾਂ ਨੇ ਠੀਕ ਨਹੀਂ ਕਰ ਪਾਇਆ, ਜਿਹਦਾ ਮਿਰਗੀ ਦਾ ਬਿਮਾਰ ਹੈ।
ਤੇ ਯਿਸੂ ਮਸੀਹ ਉਸ ਬੱਚੇ ਨੂੰ ਠੀਕ ਕਰਦਾ, ਕਹਿੰਦਾ ਹੈ ਟੋੜੀ ਪ੍ਰਤੀਤ ਵਾਲਿਓ, ਕਦ ਤੋੜੀ ਮੈਂ ਤੁਹਾਡੇ ਵਿੱਚ ਰਹਾਂਗਾ। ਪ੍ਰਭੂ ਜਾਣਦਾ ਸੀ ਨੇਚਾ ਦੇ ਵਿੱਚ ਕਮੀ ਹੈ, ਫਿਰ ਵੀ ਰਹਿਮ ਕਰਕੇ ਉਸ ਬੱਚਾ ਨੂੰ ਬਚਾਇਆ। ਇਸ ਤੋਂ ਬਾਅਦ ਆਪਾਂ ਇਸ ਅਧਿਆਇ ਦੇ ਵਿੱਚ ਦੇਖਦੇ ਹਾਂ ਕਿ ਕੁਝ ਲੋਕ ਪਤਰਸ ਕੋਲ ਆ ਕੇ ਪੁੱਛਦੇ, ਤੇਰਾ ਗੁਰੂ ਜੀ ਅੰਨੀ ਨਹੀਂ ਦਿੰਦਾ? ਪਤਰਸ ਕਹਿੰਦਾ, ਸਾਡੇ ਪ੍ਰਭੂ ਜੀ ਅੰਨੀ ਦਿੰਦਾ ਹੈ। ਯਿਸੂ ਮਸੀਹ ਕਹਿੰਦਾ, ਫਿਰ ਵੀ ਮੇਰੇ ਕਾਰਨ ਇਸ ਲੋਕ ਠੋਕਰ ਨਾ ਖਾਵੇ, ਤੂੰ ਜਾ ਅਤੇ ਇੱਕ ਮੱਛੀ ਨੂੰ ਫੜ ਅਤੇ ਉਸ ਮੱਛੀ ਦੇ ਮੂੰਹ ਵਿੱਚੋਂ ਜੋ ਰੁਪਇਆ ਮਿਲੂਗਾ ਉਸ ਨੂੰ ਲੈ ਕੇ ਮੇਰੇ ਅਤੇ ਤੇਰੇ ਲਈ, ਆਪਣੇ ਲਈ ਮਸੂਲੀਆਂ ਕੋਲ ਦੇ ਆ। ਉਹ ਦੇ ਕੇ ਆਪਣੀ ਹਰ ਇੱਕ ਨਿਯਮਾਂ ਨੂੰ ਪੂਰਾ ਕਰਦਾ ਹੋਇਆ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਇਸ ਸਾਰੇ ਅਧਿਆਇ ਦੇ ਵਿੱਚੋਂ ਆਪਾਂ ਇੱਕ ਗੱਲ ਨੂੰ ਵੇਖਦੇ ਹਾਂ, ਯਹੋਵਾ ਪਰਮੇਸ਼ਰ ਜੋ ਹੈ ਬੇਕਨਹਾਰ ਅਤੇ ਦਇਆਵਾਨ ਪਰਮੇਸ਼ਰ ਹੈ। ਤੁਹਾਨੂੰ ਪ੍ਰਭੂ ਇਸ ਵਚਨ ਦੇ ਰਾਹੀਂ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।